ਸਟੂਡੈਂਟਸ, ਵੈਲਕਮ ਟੂ ਦ ਪੋਲੀਟੀਕਲ ਕਨਸੈਪਟ। ਅੱਜ ਅਸੀਂ ਕਲੀਅਰ ਕਰਾਂਗੇ ਕਿ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਜੋ ਪ੍ਰਿੰਸਲੀ ਸਟੇਟਸ ਸਨ ਉਸ ਸਮੇਂ ਉਹਨਾਂ ਨੂੰ ਭਾਰਤ ਦਾ ਹਿੱਸਾ ਬਣਾਉਣ ਲਈ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਕਿਵੇਂ ਸਰਦਾਰ ਪਟੇਲ ਨੇ ਪਰਸਨਲੀ ਜਾ ਕੇ ਉੱਥੇ ਦੇ ਰਾਜੇ ਮਹਾਰਾਜਿਆਂ ਨੂੰ ਇੰਡੀਆ ਦਾ ਹਿੱਸਾ ਬਣਨ ਲਈ ਕਨਵਿੰਸ ਕੀਤਾ। ਮੇਨਲੀ 4 ਪ੍ਰਿੰਸਲੀ ਸਟੇਟਸ ਨੂੰ ਕਨਵਿੰਸ ਕਰਨ ਲਈ ਕਾफ़ੀ ਪ੍ਰੋਬਲਮਸ ਆਈਆਂ, ਜਿਵੇਂ ਕਿ ਜੂਨਾਗੜ੍ਹ, ਹੈਦਰਾਬਾਦ, ਮਣੀਪੁਰ ਤੇ ਜੰਮੂ ਐਂਡ ਕਸ਼ਮੀਰ। ਸੋ ਜੇ ਇਸ ਦਾ ਹਿਸਟੋਰੀਕਲ ਬੈਕਗਰਾਊਂਡ ਦੇਖਿਆ ਜਾਏ ਤਾਂ ਬ੍ਰਿਟਿਸ਼ ਰੂਲ ਦੇ ਦੌਰਾਨ 1946 ਦੇ ਵਿੱਚ ਕੈਬਨਿਟ ਮਿਸ਼ਨ ਆਇਆ ਤੇ ਬ੍ਰਿਟਿਸ਼ ਗਵਰਨਮੈਂਟ ਨੇ ਸਾਰੀ ਪਾਵਰ ਇੰਡੀਆ ਤੇ ਪਾਕਿਸਤਾਨ ਨੂੰ ਹੈਂਡਓਵਰ ਕਰਨ ਦੀ ਗੱਲ ਕੀਤੀ। ਪਰ ਹੁਣ ਇੰਡੀਆ ਨੇ ਪ੍ਰਿੰਸਲੀ ਸਟੇਟਸ ਦਾ ਸਟੇਟਸ ਡਿਸਾਈਡ ਕਰਨਾ ਸੀ। ਸੋ ਹੁਣ ਇਹਨਾਂ ਪ੍ਰਿੰਸਲੀ ਸਟੇਟਸ ਕੋਲ 3 ਆਪਸ਼ਨਸ ਸਨ, ਜਾਂ ਤਾਂ ਉਹ ਇੰਡੀਆ ਦੇ ਵਿੱਚ ਰਹਿਣ, ਜਾਂ ਫਿਰ ਪਾਕਿਸਤਾਨ ਦੇ ਵਿੱਚ, ਜਾਂ ਫਿਰ ਆਜ਼ਾਦ ਹੋ ਜਾਣ, ਆਪਣਾ ਇੱਕ ਅਲੱਗ ਇੰਡੀਪੈਂਡੈਂਟ ਸਟੇਟਸ ਲੈ ਲੈਣ। ਸੋ ਬਾਕੀ ਸਾਰੀਆਂ ਸਟੇਟਸ ਨੇ ਇੰਸਟਰੂਮੈਂਟ ਆਫ ਅਸੈਸ਼ਨ ਸਾਈਨ ਕੀਤਾ। ਇਸ ਦਾ ਮਤਲਬ ਸੀ ਕਿ ਉਹ ਇੰਡੀਆ ਦੇ ਵਿੱਚ ਰਹਿਣਾ ਚਾਹੁੰਦੀਆਂ ਸਨ, ਪਰ ਪ੍ਰਿੰਸਲੀ ਸਟੇਟਸ ਜੂਨਾਗੜ੍ਹ, ਹੈਦਰਾਬਾਦ, ਜੰਮੂ ਕਸ਼ਮੀਰ ਤੇ ਮਣੀਪੁਰ ਨੇ ਸਾਈਨ ਨਹੀਂ ਕੀਤੇ ਤੇ ਪ੍ਰੋਬਲਮਸ ਕ੍ਰੀਏਟ ਕੀਤੀਆਂ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਿੰਸਲੀ ਸਟੇਟ ਜੂਨਾਗੜ੍ਹ ਦੀ। ਜੂਨਾਗੜ੍ਹ ਦਾ ਮਾਮਲਾ ਸੁਲਝ ਗਿਆ ਕਿਉਂਕਿ ਰਾਏਸ਼ੁਮਾਰੀ ਤੋਂ ਬਾਅਦ ਪਤਾ ਲੱਗਿਆ ਕਿ ਇੱਥੇ ਦੀ ਜਨਤਾ ਇੰਡੀਆ ਨੂੰ ਜੁਆਇਨ ਕਰਨ ਦੇ ਹੱਕ ਵਿੱਚ ਹੈ। ਸੋ ਜੂਨਾਗੜ੍ਹ ਤਾਂ ਇੰਡੀਆ ਵਿੱਚ ਹੀ ਮਰਜ ਹੋ ਗਿਆ। ਨੈਕਸਟ ਗੱਲ ਕਰਦੇ ਹਾਂ ਹੈਦਰਾਬਾਦ ਦੀ। ਸੋ ਭਾਰਤ ਦੀ ਧਰਤੀ 'ਤੇ ਹੈਦਰਾਬਾਦ ਸਭ ਤੋਂ ਵੱਡੀ ਪ੍ਰਿੰਸਲੀ ਸਟੇਟ ਸੀ। ਪੁਰਾਣੇ ਹੈਦਰਾਬਾਦ ਦੇ ਕੁਝ ਪਾਰਟਸ ਹੁਣ ਮਹਾਰਾਸ਼ਟਰ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਵਿੱਚ ਸ਼ਾਮਿਲ ਹਨ। ਉਸ ਟਾਈਮ ਹੈਦਰਾਬਾਦ ਦੇ ਰੂਲਰ ਸਨ ਨਿਜ਼ਾਮ। ਇਹ ਉਸ ਸਮੇਂ ਦਾ ਬਹੁਤ ਅਮੀਰ ਵਿਅਕਤੀ ਸੀ। ਨਿਜ਼ਾਮ ਨਾ ਤਾਂ ਪਾਕਿਸਤਾਨ ਦੇ ਵਿੱਚ ਮਰਜ ਹੋਣਾ ਚਾਹੁੰਦਾ ਸੀ ਤੇ ਨਾ ਹੀ ਇੰਡੀਆ ਦੇ ਵਿੱਚ। ਉਹ ਇੱਕ ਸੁਤੰਤਰ ਦਰਜਾ ਚਾਹੁੰਦਾ ਸੀ ਹੈਦਰਾਬਾਦ ਦੇ ਲਈ। ਤੇ ਫਿਰ ਨਿਜ਼ਾਮ ਨੇ ਨਵੰਬਰ 1947 ਵਿੱਚ ਭਾਰਤ ਨਾਲ 1 ਸਾਲ ਲਈ ਰੁਕਿਆ ਸਮਝੌਤਾ ਕੀਤਾ, ਜਦੋਂ ਭਾਰਤ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ। ਫਿਰ ਹੈਦਰਾਬਾਦ ਸਟੇਟ ਦੇ ਲੋਕਾਂ ਦੁਆਰਾ ਮੂਵਮੈਂਟ ਕੀਤੀ ਗਈ ਤੇ ਬਹੁਤ ਵੱਡੇ ਪੱਧਰ 'ਤੇ ਵਿਰੋਧ ਕੀਤਾ ਨਿਜ਼ਾਮ ਦੇ ਰੂਲ ਅਗੇਂਸਟ। ਨਿਜ਼ਾਮ ਦੇ ਓਪਰੈਸਿਵ ਰੂਲ ਦਾ ਵਿਕਟਮ ਬਣਿਆ ਤੇਲੰਗਾਨਾ ਰੀਜਨ ਤੇ ਇਸੇ ਕਾਰਨ ਉੱਥੇ ਰੋਸ ਕੀਤਾ ਗਿਆ ਨਿਜ਼ਾਮ ਦੇ ਅਗੇਂਸਟ। ਔਰਤਾਂ ਨੇ ਬਹੁਤ ਜ਼ਿਆਦਾ ਸਹਿਣ ਕੀਤਾ ਸੀ ਇਹ ਓਪਰੈਸਿਵ ਬਿਹੇਵੀਅਰ ਤੇ ਇਸੇ ਲਈ ਔਰਤਾਂ ਨੇ ਬਹੁਤ ਵਿਰੋਧ ਕੀਤਾ ਤੇ ਮੂਵਮੈਂਟ 'ਚ ਹਿੱਸਾ ਲਿਆ। ਮੇਨ ਕੇਂਦਰ ਇਸ ਮੂਵਮੈਂਟ ਦਾ ਹੈਦਰਾਬਾਦ ਟਾਊਨ ਸੀ। ਜਦੋਂ ਫਿਰ ਇਸ ਮੂਵਮੈਂਟ ਵਿੱਚ ਕਮਿਊਨਿਸਟ ਤੇ ਹੈਦਰਾਬਾਦ ਕਾਂਗਰਸ ਨੇ ਹਿੱਸਾ ਲਿਆ, ਫਿਰ ਨਿਜ਼ਾਮ ਨੇ ਜਵਾਬ ਵਿੱਚ ਪੈਰਾਮਿਲਟਰੀ ਫੋਰਸ ਦਾ ਯੂਜ਼ ਕੀਤਾ। ਇਸ ਫੋਰਸ ਨੂੰ ਰਾਜਾ ਕਾਰਸ ਵਜੋਂ ਜਾਣਿਆ ਜਾਂਦਾ ਸੀ ਤੇ ਇਸ ਫੋਰਸ 'ਤੇ ਕੋਈ ਰੋਕ ਨਹੀਂ ਹੁੰਦੀ ਸੀ ਤੇ ਫਿਰ ਕਤਲ ਹੋਏ, ਲੋਕਾਂ ਨੂੰ ਅੰਗਹੀਣ ਕੀਤਾ ਗਿਆ, ਬਲਾਤਕਾਰ ਕੀਤੇ ਗਏ, ਲੁੱਟ ਖੋਹ ਕੀਤੀ ਗਈ। ਖਾਸ ਤੌਰ 'ਤੇ ਨੌਨ ਮੁਸਲਿਮਸ ਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਨਿਜ਼ਾਮ ਮੁਸਲਿਮ ਸੀ। ਸੋ ਫਿਰ ਸੈਂਟਰਲ ਗਵਰਨਮੈਂਟ ਨੇ ਆਰਮੀ ਨੂੰ ਆਰਡਰ ਦਿੱਤਾ ਤੇ ਇਹ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ ਕਿਹਾ। ਸਤੰਬਰ 1948 'ਚ ਇੰਡੀਅਨ ਆਰਮੀ ਨੇ ਨਿਜ਼ਾਮ ਦੀ ਫੋਰਸ ਨੂੰ ਕੰਟਰੋਲ ਕੀਤਾ। ਫਿਰ ਕਿਤੇ ਜਾ ਕੇ ਨਿਜ਼ਾਮ ਨੇ ਸਰੈਂਡਰ ਕੀਤਾ ਤੇ ਇਸ ਤਰ੍ਹਾਂ ਹੈਦਰਾਬਾਦ ਇੰਡੀਆ ਵਿੱਚ ਆਇਆ। ਤੇ ਫਿਰ ਗੱਲ ਕਰਦੇ ਹਾਂ ਮਣੀਪੁਰ ਦੀ। ਸੋ ਆਜ਼ਾਦੀ ਤੋਂ ਕੁਝ ਦਿਨ ਪਹਿਲਾਂ ਮਣੀਪੁਰ ਦੇ ਮਹਾਰਾਜਾ ਬੁੱਧਾ ਚੰਦਰਾ ਨੇ ਇੰਸਟਰੂਮੈਂਟ ਆਫ ਅਸੈਸ਼ਨ ਸਾਈਨ ਕੀਤਾ ਕਿ ਇੰਡੀਆ ਨੂੰ ਜੁਆਇਨ ਕਰਾਂਗੇ। ਪਰ ਫਿਰ 1948 'ਚ ਮਣੀਪੁਰ ਦੇ ਲੋਕਾਂ ਨੇ ਜ਼ੋਰ ਪਾਇਆ ਕਿ ਨਹੀਂ, ਇਲੈਕਸ਼ਨਸ ਕਰਵਾਓ। ਫਿਰ ਮਣੀਪੁਰ 'ਚ ਇਲੈਕਸ਼ਨ ਹੋਈ ਜੂਨ 1948 'ਚ। ਫਿਰ ਰਿਜ਼ਲਟ ਆਇਆ, ਕੌਂਸਟੀਟਿਊਸ਼ਨਲ ਮੋਨਾਰਕੀ ਬਣਿਆ, ਮਤਲਬ ਕਿ ਰਾਜਾ ਬਣਾਇਆ ਗਿਆ। ਸੋ ਨੋਰਮਲੀ ਇੰਡੀਆ 'ਚ ਇਲੈਕਸ਼ਨ 1951 'ਚ ਹੋਈ, ਬਟ ਮਣੀਪੁਰ 'ਚ 1948 'ਚ ਹੀ ਹੋ ਗਈ ਸੀ ਬੇਸਡ ਔਨ ਅਡਲਟ ਪਰਮਿਟ। ਪਰ ਬਾਅਦ 'ਚ 1949 'ਚ ਇੰਡੀਅਨ ਗਵਰਨਮੈਂਟ ਨੇ ਰਾਜੇ ਤੋਂ ਮਰਜਰ ਐਗਰੀਮੈਂਟ ਸਾਈਨ ਕਰਵਾਇਆ ਤਾਂ ਕਿ ਇੰਟਰਨਲ ਰਾਈਟਸ ਵੀ ਸੈਂਟਰ ਕੋਲ ਆ ਜਾਣ। ਪਰ ਇਹ ਮਰਜਰ ਐਗਰੀਮੈਂਟ ਇਲੈਕਟਡ ਲੈਜਿਸਲੇਟਿਵ ਅਸੈਂਬਲੀ ਦੇ ਨਾਲ ਕੰਸਲਟ ਕੀਤੇ ਬਿਨਾਂ ਹੀ ਸਾਈਨ ਕੀਤਾ ਗਿਆ। ਸੋ ਇਸ ਤਰ੍ਹਾਂ ਮਣੀਪੁਰ ਵੀ ਇੰਡੀਆ ਦੇ ਵਿੱਚ ਹੀ ਸ਼ਾਮਿਲ ਹੋ ਗਿਆ। ਫਿਰ ਮੁੱਦਾ ਸਾਹਮਣੇ ਆਇਆ ਜੰਮੂ ਕਸ਼ਮੀਰ ਦਾ, ਕਿਉਂਕਿ ਇਹ ਵੀ ਇੱਕ ਪ੍ਰਿੰਸਲੀ ਸਟੇਟ ਸੀ। ਜੰਮੂ ਕਸ਼ਮੀਰ ਦਾ ਜੋ ਰੂਲਰ ਸੀ ਮਹਾਰਾਜਾ ਹਰੀ ਸਿੰਘ, ਉਹ ਨਾ ਤਾਂ ਇੰਡੀਆ 'ਚ ਤੇ ਨਾ ਹੀ ਪਾਕਿਸਤਾਨ 'ਚ ਮਰਜ ਹੋਣਾ ਚਾਹੁੰਦਾ ਸੀ। ਉਹ ਆਪਣਾ ਅਲੱਗ ਇੰਡੀਪੈਂਡੈਂਟ ਸਟੇਟਸ ਚਾਹੁੰਦਾ ਸੀ, ਦੇਸ਼ ਚਾਹੁੰਦਾ ਸੀ। ਤੇ ਪਾਕਿਸਤਾਨੀ ਲੀਡਰਸ ਸੋਚਦੇ ਸੀ ਕਿ ਜੰਮੂ ਕਸ਼ਮੀਰ ਪਾਕਿਸਤਾਨ ਨੂੰ ਬਿਲੋਂਗ ਕਰਦਾ ਹੈ ਕਿਉਂਕਿ ਮੋਸਟ ਆਫ ਦਾ ਪੋਪੂਲੇਸ਼ਨ ਮੁਸਲਿਮ ਹੈ ਉੱਥੇ ਦੀ। ਪਰ ਉੱਥੇ ਦੇ ਲੋਕਾਂ ਨੇ ਇਸ ਤਰ੍ਹਾਂ ਨਹੀਂ ਸੋਚਿਆ। ਉਹ ਆਪਣੇ ਆਪ ਨੂੰ ਸਭ ਤੋਂ ਉੱਪਰ ਕਸ਼ਮੀਰੀ ਸਮਝਦੇ ਸਨ। ਫਿਰ ਇੱਕ ਪੋਪੂਲਰ ਮੂਵਮੈਂਟ ਸਟਾਰਟ ਕੀਤੀ ਗਈ ਬਾਏ ਸ਼ੇਖ ਅਬਦੁੱਲਾ ਆਫ ਦਾ ਨੈਸ਼ਨਲ ਕਾਨਫਰੰਸ ਦੀ ਅਗਵਾਈ ਵਿੱਚ। ਰਾਜ ਵਿੱਚ ਲੋਕਪ੍ਰਿਯ ਅੰਦੋਲਨ ਮਹਾਰਾਜੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ, ਪਰ ਪਾਕਿਸਤਾਨ ਵਿੱਚ ਸ਼ਾਮਿਲ ਹੋਣ ਦੇ ਵਿਰੁੱਧ ਸੀ। ਨੈਸ਼ਨਲ ਕਾਨਫਰੰਸ ਇੱਕ ਧਰਮ ਨਿਰਪੱਖ ਸੰਗਠਨ ਸੀ।
ਸ਼ੇਖ ਅਬਦੁੱਲਾ ਨਹਿਰੂ ਸਮੇਤ ਕਈ ਹੋਰ ਰਾਸ਼ਟਰਵਾਦੀ ਨੇਤਾਵਾਂ ਦਾ ਨਿੱਜੀ ਮਿੱਤਰ ਸੀ। ਫਿਰ ਅਕਤੂਬਰ 1947 ਵਿੱਚ ਪਾਕਿਸਤਾਨ ਨੇ ਕਸ਼ਮੀਰ 'ਤੇ ਕਬਜ਼ਾ ਕਰਨ ਲਈ ਆਪਣੇ ਪਾਸਿਓਂ ਕਬਾਇਲੀ ਘੁਸਪੈਠੀਆਂ ਨੂੰ ਭੇਜਿਆ। ਇਸੇ ਕਾਰਨ ਜੰਮੂ ਕਸ਼ਮੀਰ ਦੇ ਮਹਾਰਾਜਾ ਨੇ ਮਦਦ ਲਈ ਭਾਰਤ ਤੋਂ ਫੌਜੀ ਸਹਾਇਤਾ ਮੰਗੀ। ਫਿਰ ਇੰਡੀਅਨ ਆਰਮੀ ਨੇ ਜਾ ਕੇ ਉਹਨਾਂ ਘੁਸਪੈਠੀਆਂ ਨੂੰ ਕਸ਼ਮੀਰ ਘਾਟੀ ਤੋਂ ਵਾਪਸ ਭਜਾ ਦਿੱਤਾ। ਪਰ ਇਸ ਤੋਂ ਪਹਿਲਾਂ ਮਹਾਰਾਜਾ ਤੋਂ ਇੰਡੀਅਨ ਗਵਰਨਮੈਂਟ ਦੁਆਰਾ ਇੰਸਟਰੂਮੈਂਟ ਆਫ ਸੈਸ਼ਨ ਸਾਈਨ ਕਰਵਾਇਆ ਗਿਆ। ਇਸ ਤੋਂ ਬਾਅਦ ਸ਼ੇਖ ਅਬਦੁੱਲਾ ਨੇ ਮਾਰਚ 1948 ਵਿੱਚ ਜੰਮੂ ਕਸ਼ਮੀਰ ਰਾਜ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ, ਜਦੋਂ ਕਿ ਭਾਰਤ ਨੇ ਇਸ ਨੂੰ ਧਾਰਾ 370 ਦੇ ਤਹਿਤ ਪ੍ਰੋਵੀਜ਼ਨਲ ਆਟੋਨੋਮੀ ਦੇਣ ਦੀ ਸਹਿਮਤੀ ਦਿੱਤੀ ਸੀ। ਰਾਜ ਵਿੱਚ ਸਰਕਾਰ ਦੇ ਮੁਖੀ ਨੂੰ ਉਸ ਸਮੇਂ ਪ੍ਰਧਾਨ ਮੰਤਰੀ ਕਿਹਾ ਜਾਂਦਾ ਸੀ, ਪਰ ਆਰਟੀਕਲ 370 6 ਅਗਸਤ 2019 ਨੂੰ ਰਿਮੂਵ ਕਰ ਦਿੱਤਾ ਗਿਆ ਸੀ 105ਵੀਂ ਅਮੈਂਡਮੈਂਟ ਦੇ ਅਧੀਨ। ਪਰ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜੰਮੂ ਕਸ਼ਮੀਰ ਨੂੰ ਲੈ ਕੇ ਹਮੇਸ਼ਾ ਹੀ ਕਨਫਲਿਕਟ ਚੱਲਦੇ ਹੀ ਰਹਿੰਦੇ ਨੇ ਤੇ ਹੁਣ ਤੱਕ ਵੀ ਇਹ ਲੜਾਈ ਖਤਮ ਨਹੀਂ ਹੋਈ ਹੈ। ਪੈਟਰ ਟੀ ਕੋਲਮੈਨ, ਜੋ ਕਿ ਇੱਕ ਸੋਸ਼ਲ ਸਾਈਕੋਲੋਜਿਸਟ ਤੇ ਰਿਸਰਚਰ ਹਨ ਇਨ ਦਾ ਫੀਲਡ ਆਫ ਕਨਫਲਿਕਟ ਰੀਸੋਲਿਊਸ਼ਨ, ਉਹ ਕਹਿੰਦੇ ਨੇ ਕਿ ਪੂਰੇ ਵਰਲਡ ਦੇ 95% ਮੋਸਟ ਸੀਰੀਅਸ ਕਨਫਲਿਕਟ ਵੀ ਸੁਲਝਾਏ ਜਾ ਸਕਦੇ ਨੇ, ਪਰ ਜੋ ਇੰਡੀਆ ਤੇ ਪਾਕਿਸਤਾਨ ਦਾ ਰੌਲਾ ਹੈ ਬਾਕੀ ਬਚੇ 5% ਚਾਹੁੰਦਾ ਤੇ ਇਹ ਕਦੇ ਵੀ ਖਤਮ ਨਹੀਂ ਹੋ ਸਕਦਾ। ਇਸ ਦਾ ਕੋਈ ਹੱਲ ਨਹੀਂ। ਇਹ ਇੱਕ ਟੈਰੀਟੋਰੀਅਲ ਡਿਸਪਿਊਟ ਹੈ। ਸੋ ਜੋ ਇੰਡੀਆ ਤੇ ਪਾਕਿਸਤਾਨ ਦਾ ਰਿਲੇਸ਼ਨ ਹੈ ਉਹ ਬਹੁਤ ਕੰਪਲੈਕਸ ਹੈ, ਬਟ ਦੋਵੇਂ ਕੰਟਰੀਜ਼ ਕੋਲ ਨਿਊਕਲੀਅਰ ਪਾਵਰ ਹੈ, ਤਾਂ ਕਰਕੇ ਬਹੁਤ ਵੱਡੇ ਕਨਫਲਿਕਟ ਨਹੀਂ ਹੁੰਦੇ, ਬਟ ਸਮੌਲ ਲੈਵਲ 'ਤੇ ਕਨਫਲਿਕਟ ਚੱਲਦੇ ਹੀ ਰਹਿੰਦੇ ਨੇ। 1999 ਦੀ ਕਾਰਗਿਲ ਦੀ ਲੜਾਈ ਬਹੁਤ ਜ਼ਿਆਦਾ ਭਿਆਨਕ ਸੀ, ਪਰ ਇਸ ਤੋਂ ਬਾਅਦ ਪੁਲਵਾਮਾ ਅਟੈਕ 2019 ਅਤੇ ਬਾਲਾਕੋਟ ਸਟਰਾਈਕ ਆਫ 2019 ਵਰਗੇ ਸਥਾਨਕ ਹਮਲੇ ਹੋਏ ਤੇ ਹੁਣ ਤੱਕ ਹੋ ਰਹੇ ਨੇ। ਹੁਣ ਤਾਂ ਇੰਡੋ ਪਾਕ ਦੇ ਆਮ ਫਿਰਕੂ ਦੰਗੇ ਬਣ ਚੁੱਕੇ ਹਨ ਤੇ ਇਹ ਦੋਵੇਂ ਦੇਸ਼ ਹੁਣ ਇੱਕ ਦੂਜੇ ਤੋਂ ਖਤਰਾ ਮਹਿਸੂਸ ਕਰਦੇ ਨੇ ਤੇ ਨਫ਼ਰਤ ਵੱਧਦੀ ਹੀ ਜਾ ਰਹੀ ਹੈ। ਇਹ ਕਨਫਲਿਕਟ ਹੈ ਜੋ ਮੇਨਲੀ ਕਸ਼ਮੀਰ ਨੂੰ ਲੈ ਕੇ ਹੀ ਚੱਲ ਰਿਹਾ ਹੈ।